ਭਵ ਨਿਧ ਪਾਰ ਪਾਰੋਂ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਦਕ ਡਰੋਂ ਮਨ ਬਚ ਕਰਮ ਹਰ ਗੁਣ ਨਹੀਂ ਗਾਏ यह जी सोच तारों गुरमत सुन कछ ज्ञान न उपजियो पस ज्यों उदर पारों कहो नानक प्रभ बिरद पछानो तब हों पतित तारों गुरमत सुन कछ ज्ञान न उपजियो पस ज्यों उदर पारों कहो नानक प्रभ बिरद पछानो तब हों पतित तारों दंडोत बंदन अनेक बार सर्व कला समरथ डोलन तेरा खो प्रभु नानक दे कर हथ डोलन तेरा खो प्रभु नानक दे कर हथ। परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर जो हर साल आप जी ये विशेष कीर्तन दरबार समागम आयोजित करते को ऐस वरे आप जी 36वें कीर्तन दरबार की हाजरी पर रखे को और एक कीर्तन समागम 9वें सतगुरु गुरु तेग बहादुर महाराज जी दे 400 साला आगमन गुरपुरब नूं और खास करके इस फरवरी दे महीने विच 1921 विच जो साका वापरिया जिसनूं आपां ननकाना साहिब जी दा साका कहने खां उसनूं भी सिख जगत थां पर थां समागम करके याद कर रहा है। अमृत गुरबाणी का कीर्तन गुरु रामदास जी दे कीर्तनीय भाई साहब भाई जुझार सिंह जी आप जी नूं सरवण करा के गए। आओ आप जितने सतगुरु जी दी चरण शरण विच बैठे हो और जो अपने घरां विच इस समागम नूं नैट राही अमृत बाणी और अजीत राही सरवण कर रहे हो वेख रहे हो आप जी बख्शो आशीष। गुरु तेग बहादुर महाराज कृपा करन आप विच वर्त के सतगुरु अपने पवित्र शब्द अमृत बचन और जीवन दी विचार करा लैन। मोढा देने
ਪਰ ਪਾਲਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਹੀਂ ਜਾਂਦੀ, ਥੱਲੇ ਹੁੰਦੀ। ਫਿਰ ਹਰਮੰਦਰ ਸਾਹਿਬ ਤੋਂ ਬਾਹਰ ਪਾਲਕੀ ਹੈ, ਹਰਮੰਦਰ ਸਾਹਿਬ ਦੇ ਅੰਦਰ ਵੀ ਪਾਲਕੀ ਨਹੀਂ ਜਾਂਦੀ। ਇਹ ਪੈਸਕਾਰੇ ਵਾਲੀ ਮੈਂ ਗੱਲ ਕਰ ਲੱਗਾ। ਆਪ ਨੂੰ ਪਤਾ ਹੈ ਜਦੋਂ ਹਰਮੰਦਰ ਸਾਹਿਬ ਦੁਪਹਿਰੇ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਕੀਰਤਨ ਹੋ ਰਿਹਾ ਹੈ। ਕਈਆਂ ਦੇ ਮਨ 'ਚ ਇਹ ਵੀ ਬੜਾ ਆਉਂਦਾ ਹੈ, ਲਓ ਜੀ ਕੀਰਤਨ ਨਹੀਂ, ਸੰਗਤ ਮੱਥਾ, ਵਾਹਿਗੁਰੂ ਪ੍ਰਕਾਸ਼ ਨਹੀਂ, ਸੰਗਤ ਮੱਥਾ ਟੇਕੀ ਜਾ ਰਹੀ। ਮੈਂ ਇੱਕ ਬੇਨਤੀ ਕਰਾਂਗਾ, ਦਰਬਾਰ ਸਾਹਿਬ ਕੇਵਲ ਗੁਰਦੁਆਰਾ ਨਹੀਂ, ਦਰਬਾਰ ਸਾਹਿਬ ਨਾਲ ਸਾਡਾ ਬੜਾ ਵੱਡਾ ਸਿਧਾਂਤ ਜੁੜਿਆ ਹੋਇਆ। ਮੈਂ ਫਿਰ ਵਰਤਾਂਗਾ, ਕੇਵਲ ਗੁਰਦੁਆਰਾ ਨਹੀਂ, ਤੇ ਗੁਰਦੁਆਰੇ ਵਿੱਚ ਉਹਦੀ ਰੀਸ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕਈ ਗੁਰਦੁਆਰਿਆਂ ਸ਼ੁਰੂ ਹੋ ਚੁੱਕਾ ਕੰਮ। ਦਰਬਾਰ ਸਾਹਿਬ, ਹਰਮੰਦਰ ਸਾਹਿਬ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਰਾਮਦਾਸਪੁਰ ਵੀ ਸ਼ਬਦ ਵਰਤਿਆ ਹੈ ਤੇ ਹਰਮੰਦਰ ਵੀ ਵਰਤਿਆ। ਹੁਣ ਜਦੋਂ ਅਸੀਂ ਕੀਰਤਨ ਪਹਿਲਾ ਹੁੰਦਾ, ਕਿਉਂ ਕੀਰਤਨ ਪਹਿਲਾ ਹੋ ਰਿਹਾ? ਕਿਉਂਕਿ ਦੁਪਹਿਰੇ ਦਾ ਕੀਰਤਨ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਨੇ ਸ਼ੁਰੂ ਕੀਤਾ। ਤਕਰੀਬਨ 70 ਸਾਲ ਉਹਨਾਂ ਨੇ ਬਿਨਾਂ ਨਾਗਾ ਦਰਬਾਰ ਸਾਹਿਬ ਕੀਰਤਨ ਕੀਤਾ। 123 ਸਾਲ ਮੇਰਾ ਖਿਆਲ ਉਹ ਉਮਰ ਭੋਗ ਕੇ ਗਏ ਸਨ। ਅੱਜ ਵੀ ਸ਼੍ਰੀ ਹਰਮੰਦਰ ਸਾਹਿਬ ਅੰਦਰ ਕੋਈ ਵੀ ਇਨਸਾਨ ਆਪਣੇ ਘਰੋਂ ਦੇਗ ਬਣਾ ਕੇ ਨਹੀਂ ਲਿਆ ਸਕਦਾ। ਸਿਰਫ ਦੁਪਹਿਰੇ ਵੇਲੇ ਪਹਿਲੀ ਦੇਗ ਜਿਹੜੀ ਹੈ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ ਹੀ ਆਉਂਦੀ ਹੈ। ਸਿਰਫ ਇੱਕੋ ਦੇਗ ਬਾਹਰੋਂ ਆਉਂਦੀ, ਬਾਕੀ ਨਹੀਂ। ਹੁਣ ਜਦੋਂ ਕੀਰਤਨ ਸ਼ੁਰੂ ਹੋ ਗਿਆ, ਪ੍ਰਕਾਸ਼ ਨਹੀਂ ਹੋਇਆ, ਉਧਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਗਾਰਾ ਵੱਜਦਾ ਹੈ। ਨਗਾਰਾ ਵੱਜਦਿਆਂ ਸਾਰ ਅੰਦਰ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਕੋਠਾ ਸਾਹਿਬ ਦੇ ਵਿੱਚ ਉਹਨਾਂ ਨੂੰ ਚਵਰ ਪਕੜਾਉਂਦਾ ਹੈ ਗ੍ਰੰਥੀ ਸਾਹਿਬ ਅਕਾਲ ਤਖਤ ਸਾਹਿਬ ਦਾ। ਤੁਸੀਂ ਦੇਖੀ ਹੋਣੀ ਮਰਿਆਦਾ। ਉਹ ਫਿਰ ਚੌਰ ਲੈ ਕੇ ਉਹਨਾਂ ਦੇ ਗਲ 'ਚ ਸਿਹਰਾ ਪਾਇਆ ਜਾਂਦਾ, ਫੁੱਲਾਂ ਦਾ ਹਾਰ। ਉਹ ਪਰਿਕਰਮਾ ਕਰਦੇ ਨੇ ਪਲੰਗ ਦੀ, ਕੋਠਾ ਸਾਹਿਬ। ਉਸ ਤੋਂ ਬਾਅਦ ਉਹ ਅਰਦਾਸ ਕਰਦੇ ਨੇ। ਆਪ ਨੂੰ ਪਤਾ ਹੈ ਕਿ ਜਦੋਂ ਸਿੰਘ ਸਾਹਿਬ ਅਰਦਾਸ ਕਰਕੇ ਸਵਰੂਪ ਸੀਸ ਤੇ ਰੱਖ ਕੇ ਨਿਕਲਦੇ ਨੇ, ਉਹਨਾਂ ਅੱਗੇ ਕੇਸਰੀ ਬਾਣੇ ਵਾਲੇ 2 ਚੋਬਦਾਰ ਚੱਲਦੇ, ਜਿਨ੍ਹਾਂ ਦੇ ਹੱਥ ਵਿੱਚ ਚੋਬਾਂ ਨੇ, ਚਾਂਦੀ ਦੀਆਂ ਚੋਬਦਾਰ ਅਸੀਂ ਉਹਨਾਂ ਨੂੰ ਕਹਿੰਦੇ। ਜਦੋਂ ਸਵਰੂਪ ਚੱਲਣ ਲੱਗਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾਲ ਨਾਲ ਨਗਾਰਾ ਵੱਜੀ ਜਾ ਰਿਹਾ। ਥੱਲੇ ਪਾਲਕੀ ਤਿਆਰ ਹੈ, ਪਾਲਕੀ ਸਾਹਿਬ ਵਿੱਚ ਸਵਰੂਪ ਰੱਖਿਆ ਜਾਂਦਾ ਹੈ। ਸਿੱਖ ਸੰਗਤਾਂ ਮੋਢਾ ਲਾਂਦੀਆਂ ਹੋਈਆਂ ਦਰਬਾਰ ਸਾਹਿਬ ਦੇ ਮੁੱਖ ਕਿਵਾੜ ਤੱਕ ਪਹੁੰਚਦੀਆਂ ਨੇ। ਅੰਦਰ ਕੀਰਤਨ ਉਸ ਵੇਲੇ ਬੰਦ ਹੋ ਜਾਂਦਾ, ਹਾਲਾਂਕਿ ਆਸਾ ਕੀ ਵਾਰ ਚੱਲ ਰਹੀ ਹੁੰਦੀ, ਕੀਰਤਨ ਬੰਦ ਹੋ ਜਾਂਦਾ। ਸਿੰਘ ਸਾਹਿਬ ਹਜ਼ੂਰ ਦਾ ਸਵਰੂਪ ਲੈ ਕੇ ਪੀੜਾ ਸਾਹਿਬ, ਮੈਂ ਮੰਜਾ ਸਾਹਿਬ ਸ਼ਬਦ ਵਰਤਾਂ ਕਿਉਂਕਿ ਸ਼ਬਦ ਮੰਜੀ ਸਾਹਿਬ ਹੀ ਸੀ। ਹੁਣ ਅਸੀਂ ਪੀੜਾ ਸਾਹਿਬ ਮੇਰੇ ਮੂੰਹੋਂ ਵੀ ਨਿਕਲਿਆ ਕਹਿੰਦੇ। ਮੰਜੀ ਸਾਹਿਬ ਦੇ ਉੱਤੇ ਉਂਝ ਇਹ ਵੀ ਸੱਚ ਜੇ, ਜਿਵੇਂ ਸਾਡੇ ਪਲੰਗ ਸਸਣੀ ਬਾਬਾ ਜੀ ਦੇ ਪਲੰਗ ਵੀ ਬਦਲ ਦਿੱਤੇ ਨੇ, ਜਿਵੇਂ ਇਸ ਨਾਲ ਬਾਅਦ ਵੀ ਜੁੜਿਆ। ਦਰਬਾਰ ਸ਼ਬਦ ਬਾਦਸ਼ਾਹ ਦਾ ਹੈ, ਦੀਵਾਨ ਸ਼ਬਦ ਵੀ ਬਾਦਸ਼ਾਹ ਦਾ ਹੈ। ਮੈਂ ਪਿਛਲੇ ਸਾਲ ਤੁਹਾਨੂੰ ਅਰਜ਼ ਕੀਤੀ ਸੀ ਸ਼ਾਇਦ ਕਿ ਲਾਹੌਰ ਇੱਕ ਦੀਵਾਨੇ ਆਮ ਹੈ, ਸ਼ੇਰੇ ਪੰਜਾਬ ਦਾ ਇੱਕ ਦੀਵਾਨੇ ਖਾਸ ਹੈ। ਇਹਦਾ ਮਤਲਬ ਜਿੱਥੇ ਉਹ ਦੀਵਾਨ ਲਾਂਦਾ, ਪਰ ਅੱਜ ਉਹ ਕਿਲਾ ਸਿਰਫ ਇੱਕ ਖਾਲੀ ਥਾਂ ਹੈ। ਉੱਥੇ ਦੀਵਾਨ ਨਹੀਂ, ਉੱਥੇ ਚੌਰ ਨਹੀਂ, ਉੱਥੇ ਸੱਚਮੁੱਚ ਛਤਰ ਨਹੀਂ। ਕੋਈ ਵੀ ਬਾਦਸ਼ਾਹ ਹੋਵੇ, ਪਰ ਸਤਿਗੁਰਾਂ ਨੇ ਕਿਰਪਾ ਕੀਤੀ। ਉਹਨਾਂ ਨੇ ਕਿਹਾ ਪਰਮਾਤਮਾ ਤੋਂ ਵੱਡਾ ਕੋਈ ਰਾਜਾ ਨਹੀਂ। ਉਹਦਾ ਤਖਤ ਵੀ ਅਟਲ, ਉਹਦਾ ਚੰਦੋਵਾ ਵੀ ਅਟਲ, ਉਹਦੀ ਚੌਰ ਵੀ ਅਟਲ। ਇਸੇ ਕਰਕੇ ਅਸੀਂ ਹੁਕਮਨਾਮਾ ਸ਼ਬਦ ਜਿਹੜਾ ਕਹਿੰਦੇ ਆ, ਇਹਦਾ ਸੰਬੰਧ ਵੀ ਸ਼ਹਿਨशाह ਦੇ ਨਾਲ ਹੈ। ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛਤ। ਮੈਂ ਜਿਹੜੀ ਆਪ ਨੂੰ ਅਰਜ਼ ਕਰਨ ਲੱਗਾ, ਅੰਦਰ ਕੀਰਤਨ ਪਹਿਲਾਂ ਕਿਉਂ ਹੁੰਦਾ ਹੈ? ਪ੍ਰਕਾਸ਼ ਵੇਲੇ ਖਲੋ ਕੇ ਸਵਈਏ ਕਿਉਂ ਪੜ੍ਹਦੇ ਆ? ਦੁਨਿਆਵੀ ਬਾਦਸ਼ਾਹ ਜਦੋਂ ਜਾਂਦਾ ਸੀ, ਇਹਦੀ ਪਾਲਕੀ ਨੂੰ ਲੋਕ ਹੱਥ ਲਾਉਣ ਨੂੰ ਸਹਿਕਦੇ ਸਨ ਕਿ ਮੇਰੇ ਤੇ ਨਜ਼ਰ ਪੈ ਜਾਏ, ਪਰ ਉਹ ਦਿਲੋਂ ਮੁਹੱਬਤ ਨਹੀਂ ਸਨ ਕਰਦੇ। ਉਹਨਾਂ ਦੀਆਂ ਮਜਬੂਰੀਆਂ ਤੇ ਗੁਲਾਮੀ ਸੀ। ਪਰ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ। ਇੱਥੇ ਮੈਂ ਕਈ ਵਾਰੀ ਦਰਬਾਰ ਸਾਹਿਬ ਜਦੋਂ ਕਥਾ ਕਰਨਾ, ਮੈਂ ਹੈਰਾਨ ਹੁੰਨਾ ਕਿ ਰਾਤ ਨੂੰ 10 ਵਜੇ ਆ ਕੇ ਬੈਠ ਜਾਂਦੇ ਆ ਕਿ ਸਵੇਰੇ ਸਤਿਗੁਰਾਂ ਦੀ ਪਾਲਕੀ ਲੰਘਣੀ, ਅਸੀਂ ਮੋਢੇ ਦੀ ਸੇਵਾ ਲੈਣੀ ਚਾਹੁੰਦੇ। ਕਿਸੇ ਉਹਨਾਂ ਨੂੰ ਗੁਲਾਮ ਤਾਂ ਨਹੀਂ ਬਣਾਇਆ ਨਾ, ਇਹ ਪਾਤਸ਼ਾਹਤ ਹੈ। ਜਦੋਂ ਬਾਦਸ਼ਾਹ ਜਾਂਦਾ ਸੀ ਆਪਣੇ ਕਿਲੇ ਵਿੱਚ, ਤੇ ਉਸ ਵਕਤ
ਜਿਹੜੇ ਉਹਦੇ ਕਵੀ ਸਨ ਨਾ, ਉਹ ਖਲੋ ਕੇ ਉਹਦੀ ਸਿਫਤ 'ਚ ਕਵਿਤਾ ਪੜ੍ਹਦੇ ਸਨ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਥਾਂ ਆਇਆ ਕਿ ਪਾਸ ਦਮਾਮੇ ਛੱਤ ਸਿਰ। ਬਾਬੇ ਫਰੀਦ ਦਾ ਸ਼ਲੋਕ ਹੈ ਜੀ, ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ। ਥੋੜੇ ਜਿਹੇ ਅਰਥ ਸੁਣਿਓ। ਪਾਸ ਦਮਾਮੇ ਦਾ ਅਰਥ, ਦਮਾਮੇ ਦਾ ਅਰਥ ਨਗਾਰਾ। ਬਾਬਾ ਜੀ ਕਹਿੰਦੇ ਨੇ, ਉਹ ਬਾਦਸ਼ਾਹ ਜਦੋਂ ਤੂੰ ਨਿਕਲਦਾ ਸੈਂ ਤੇ ਤੇਰਾ ਨਗਾਰਾ ਵੱਜਦਾ ਸੀ, ਅੱਜ ਤੇਰਾ ਨਗਾਰਾ ਪਿਆ ਪਰ ਤੇਰਾ ਨਾਮ ਲੈਣ ਵਾਲਾ ਕੋਈ ਨਹੀਂ ਤੇ ਨਗਾਰਾ ਵਜਾਉਣ ਵਾਲਾ ਵੀ ਕੋਈ ਨਹੀਂ। ਨਗਾਰਾ ਕੋਲ ਪਿਆ, ਪਾਸ ਦਾ ਅਰਥ ਕੋਲ ਪਿਆ। ਛੱਤ ਸਿਰ, ਤੇਰੇ ਸਿਰ ਦੇ ਉੱਤੇ ਛਤਰ ਝੁਲਦਾ ਸੀ। ਅਗਲੀ ਗੱਲ ਭੇਰੀ, ਭੇਰੀ ਦਾ ਸਮਝ ਗਿਆ ਨਾ, ਆ ਭੇਰੀਆਂ ਤੂਤੀਆਂ ਵੱਜਦੀਆਂ, ਪਰ ਦਰਬਾਰ ਸਾਹਿਬ ਜਿਹੜਾ ਉਹ ਅਸਲ 'ਚ ਨਰ ਸਿੰਘਾ ਵਗਦਾ। ਆਪ ਸੁਣਦੇ ਹੋ ਨਾ, ਸਿੰਘਾਂ ਨੂੰ ਪਤਾ, ਨਿਹੰਗ ਸਿੰਘਾਂ ਨੂੰ ਜਦੋਂ ਉਹ ਜੰਗ ਵਿੱਚ ਵੱਜਦਾ ਉਦੋਂ ਰਣ ਸਿੰਘਾ ਬਣ ਜਾਂਦਾ। ਜਦੋਂ ਪਾਲਕੀ ਅੱਗੇ ਵੱਜਦਾ ਉਦੋਂ ਨਰ ਸਿੰਘਾ, ਜਦੋਂ ਜੰਗ ਵਿੱਚ ਹੈ ਉਦੋਂ ਰਣ ਸਿੰਘਾ। ਹੁਣ ਉੱਥੇ ਦੇਖੋ, ਪਾਸ ਦਮਾਮੇ ਛੱਤ ਸਿਰ, ਕੋਲ ਨਗਾਰੇ ਪਏ ਨੇ, ਛਤਰ ਪਏ ਨੇ, ਭੇਰੀ ਜਿਹੜੀਆਂ ਤੂਤੀਆਂ ਵੱਜਦੀਆਂ ਸਨ ਉਹ ਵੀ ਉਹਦੇ ਨਾਂ ਤੇ ਨਹੀਂ ਵੱਜਦੀਆਂ। ਭੇਰੀ ਛੱਡੋ ਰੱਡ। ਰੱਡ ਅਸਲ 'ਚ ਕਵਿਤਾ ਦੀ ਇੱਕ ਚਾਲ ਹੈ। ਆਪ ਨੂੰ ਪਤਾ ਹੋਵੇ ਸਵਈਆਂ ਵਿੱਚ ਇੱਕ ਚਾਲ ਹੁੰਦੀ ਹੈ ਰੱਡ, ਜਿਵੇਂ ਦੋਹਰਾ ਹੈ, ਸਵਈਆ ਹੈ, ਕਵਿਤ ਹੈ, ਸੋਰਠਾ ਹੈ, ਕੁੰਡਲੀਆ ਹੈ। ਇਸੇ ਤਰ੍ਹਾਂ ਪੋਇਟਰੀ ਵਿੱਚ ਰੱਡ ਜਿਹੜਾ ਇੱਕ ਛੰਦ ਹੈ, ਇਹ ਪਿੰਗਲ ਹੈ। ਪਿੰਗਲ ਸ਼ਬਦ ਵਰਤਣਾ ਸੌਖਾ ਰਹੇਗਾ। ਹੁਣ ਇੱਥੇ ਸਤਿਗੁਰਾਂ ਨੇ ਕਿਹਾ ਕਿ ਜਿਨ੍ਹਾਂ ਦੇ ਸਿਰ ਤੇ ਚੰਦੋਵੇ ਝੁਲਦੇ ਸਨ, ਚੰਦੋਵੇ ਸਨ, ਛਤਰ ਝੁਲਦੇ ਸਨ, ਜਿਨ੍ਹਾਂ ਦੇ ਤਖਤ ਸਨ, ਉਹ ਅੱਜ ਸੱਚੀ ਮੁੱਚੀ ਸ਼ਮਸ਼ਾਨ ਘਾਟ ਵਿੱਚ ਪਏ ਨੇ। ਉਹਨਾਂ ਦਾ ਕੋਈ ਨਾਮ ਲੈਣ ਵਾਲਾ ਵੀ ਤਿਆਰ ਨਹੀਂ, ਕੋਈ ਨਾਮ ਨਹੀਂ ਲੈਂਦਾ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ। ਗੱਡ ਅਤੀਮਾ ਦਾ ਲਫ਼ਜ਼ ਹੀ ਅਰਥ ਹੈ ਯਤੀਮਾ, ਇੱਥੇ ਐੜੇ ਨਾਲੇ। ਪਰ ਮੈਂ ਇੱਕ ਹੁਣ ਤੁਹਾਨੂੰ ਬੇਨਤੀ ਕਰਨੀ ਹੈ, ਮੈਂ ਰਾਤ ਵੀ ਕਿਹਾ, ਖਾਲਸਾ ਜੀ ਮੇਰੀ ਕਿਸੇ ਸੰਪਰਦਾ ਨਾਲ ਕੋਈ ਲਾਗ ਡਾਟ ਨਹੀਂ, ਪਰ ਇੱਕ ਹੱਥ ਜੋੜ ਕੇ ਬੇਨਤੀ ਹੈ, ਰਾਜਨੀਤਿਕ ਪ੍ਰਭਾਵ ਨੂੰ ਕਬੂਲ ਕੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਜ਼ਬਾਨੀ ਵੀ ਨਾ ਬਦਲਿਓ। ਮੇਰੀ ਗੱਲ ਤੁਸੀਂ ਸਮਝ ਗਏ। ਜੇ ਭਗਤ ਹੈ ਤੇ ਭਗਤ ਹੈ, ਜੇ ਸੰਤ ਹੈ ਤੇ ਸੰਤ ਹੈ। ਮੈਨੂੰ ਦੁੱਖ ਲੱਗਦਾ ਹੈ ਰਾਮ ਰਾਏ ਨੇ ਇੱਕ ਸ਼ਬਦ ਬੇਈਮਾਨ ਕਿਹਾ ਤੇ ਹਜ਼ੂਰ ਨੇ ਸਵੀਕਾਰ ਨਹੀਂ ਕੀਤਾ। ਸਾਡੇ ਸਿੱਖ ਤਾਂ ਕਈ ਬਦਲੀ ਬੈਠੇ। ਗੁਰੂ ਸਾਹਿਬ ਨੇ ਸ਼ੇਖ ਫਰੀਦ ਲਿਖਿਆ ਤੇ ਭਗਤ ਫਰੀਦ ਨਹੀਂ, ਉਹ ਸ਼ੇਖ ਹੀ ਹੈ। 3 ਥਾਵਾਂ ਤੇ ਸ਼ੇਖ ਸ਼ਬਦ ਆਇਆ, ਭਗਤ ਨਹੀਂ ਆਇਆ ਉੱਥੇ। ਕਬੀਰ ਸਾਹਿਬ ਜੀ ਨਾਲ ਭਗਤ ਆਇਆ, ਰਵਿਦਾਸ ਜੀ ਮਹਾਰਾਜ ਜੀ ਨਾਲ ਭਗਤ ਆਇਆ, ਜੈਦੇਵ ਜੀ ਨਾਲ ਆਇਆ। ਮੈਂ ਆਪ ਨੂੰ ਜਿਹੜੀ ਬੇਨਤੀ ਕਰਾਂਗਾ ਕਿ ਕੋਈ ਸ਼ਬਦ ਆਪਣੀ ਮਰਜ਼ੀ ਨਾਲ ਮਤ ਵਰਤੀਏ, ਜੇ ਬਦਲੀਏ। ਇੱਥੇ ਜੇ ਸ਼ਬਦ ਅਤੀਮਾ ਹੈ ਤੇ ਇਹ ਨਹੀਂ ਕਹਿਣਾ ਲਿਖਾਰੀ ਦੀ ਗਲਤੀ ਯਤੀਮਾ ਬੋਲਣਾ। ਅਤੀਮਾ ਕਿਉਂਕਿ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਤਦ ਭਾਵ ਬਣ ਗਏ ਨੇ, ਉਹਨਾਂ ਦਾ ਮੂਲ ਕੁਝ ਹੋਰ ਹੈ। ਮੈਂ ਸਿਰਫ ਇਹ ਨਹੀਂ ਮੈਂ ਕੋਈ ਗ੍ਰਾਮਰ ਦੀ ਗੱਲ ਕਰ ਲੱਗਾ। ਅਸੀਂ ਇਹ ਅੰਗਰੇਜ਼ ਆਪਣਾ ਸੰਸਕ੍ਰਿਤ ਸ਼ਬਦ ਹੈ ਅਗਨੀ, ਹਾਂਜੀ, ਹਿੰਦੀ ਵਿੱਚ ਇਹ ਬਦਲ ਕੇ ਬਣ ਗਿਆ ਆਗ ਤੇ ਪੰਜਾਬੀ 'ਚ ਬਣ ਗਿਆ ਅੱਗ। ਇਸ ਤਰ੍ਹਾਂ ਪੜ੍ਹਦੇ ਹਾਂ ਆਪਾਂ ਜੀ, ਪਰ ਮੂਲ ਸ਼ਬਦ ਤਾਂ ਅਗਨੀ ਹੈ ਨਾ। ਅਗਨੀ ਤੋਂ ਆਗ, ਆਗ ਤੋਂ ਅੱਗੇ ਅੱਗ ਬਣ ਗਿਆ। ਇਸੇ ਤਰ੍ਹਾਂ ਸ਼ਬਦ ਕਈ ਐਸੇ ਨੇ। ਸੰਸਕ੍ਰਿਤ ਵਿੱਚ ਆਪਾਂ ਰਾਤਰੀ ਪੜ੍ਹਨੇ, ਪਰ ਪੰਜਾਬੀ ਵਿੱਚ ਆਪਾਂ ਰਾਤ ਪੜ੍ਹਨੇ ਪਏ। ਮੈਂ ਆਪ ਨੂੰ ਬੇਨਤੀ ਕਰਾਂਗਾ, ਵਿਸ਼ੇ ਤੋਂ ਦੂਰ ਨਾ ਜਾਵਾਂ, ਕਿ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ। ਗੱਡ ਯਤੀਮਾਂ ਦੀ ਤਰ੍ਹਾਂ ਮਿੱਟੀ ਥੱਲੇ ਪਏ ਹੋਇਆ। ਪਰ ਪਿਆਰਿਓ, ਜਦੋਂ ਬਾਦਸ਼ਾਹ ਦਰਬਾਰ ਵੀ ਜਾਂਦਾ ਸੀ ਤੇ ਉਹਦੇ ਕਵੀ ਖਲੋ ਕੇ ਉਹਦੇ ਬੈਠਣ ਲੱਗਿਆ ਸਿਫਤਾਂ ਕਰਦੇ ਸਨ। ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਡੇ, ਇਹਨਾਂ ਦੇ ਆਉਣ ਤੋਂ ਪਹਿਲਾਂ ਜੇ ਕੀਰਤਨ ਹੁੰਦਾ ਹੈ, ਇਹ ਗੁਰੂ ਸਾਹਿਬ ਦੇ ਪੈਸਕਾਰੇ ਨੇ, ਇਹ ਪੇਸ਼ਕਾਰੇ ਨੇ। ਅਸਲ 'ਚ ਜਦੋਂ ਹਜ਼ੂਰ ਸਿੰਘਾਸਨ ਤੇ ਪ੍ਰਕਾਸ਼ਮਨ ਹੁੰਦੇ ਆ, ਉਦੋਂ ਸਵਈਏ ਪੜੇ ਜਾਂਦੇ ਨੇ, ਇਹ ਪੇਸ਼ਕਾਰੇ ਨੇ। ਫਰਕ ਇਹਨਾਂ ਕਿ ਦੁਨੀਆ ਦੇ ਬਾਦਸ਼ਾਹ, ਪੁਸ਼ਤੈਨੀ ਬਾਦਸ਼ਾਹ ਜਦੋਂ ਰਾਜੇ ਘਰ ਜਨਮ ਲੈਂਦਾ ਹੈ, ਉਹਦੇ ਸਿਰ ਦੇ ਉੱਤੇ ਸੋਨੇ ਦਾ ਛਤਰ ਹੁੰਦਾ ਹੈ, ਤੇ ਜਦੋਂ ਮੌਤ ਹੁੰਦੀ ਏ ਉਹਦੇ ਸਿਰ ਦੇ ਉੱਤੇ ਮਿੱਟੀ ਹੁੰਦੀ ਏ, ਖਤਮ ਹੋ ਜਾਂਦਾ ਹੈ। ਪਰ ਗੁਰੂ ਰਾਮਦਾਸ, ਇਹਦੀ ਸ਼ੁਰੂਆਤ ਸਿਰ ਦੀ ਟੋਕਰੀ ਤੋਂ ਹੋਈ, ਪਰ ਚੇਤੇ ਰੱਖਿਓ ਇਹਦੀ ਜੁਗੋ ਜੁਗ ਅਟਲਤਾ ਇਹ ਚੰਦੋਵਿਆਂ ਤੇ ਛਤਰਾਂ ਦੇ ਨਾਲ ਹੈ। ਮੈਂ ਸਮਾਪਤੀ ਨਹੀਂ ਕਿਹਾ, ਅਟਲਤਾ ਕਿਹਾ ਹੈ। ਦਰਬਾਰ ਸਾਹਿਬ ਸਾਨੂੰ
अंदर दी बाहर दी गुलामी तो मुक्त करदा है। मैं तां बेनती कीती अमृतसर शहर जिन्हों सतगुरु ने कहा कि डिठे सभे थाम नहीं तुत जेहा बद्धो पुरख विधाते तां तू सोया वसदी सगन अपार अनूप रामदासपुर खरहा नानक कसमल जाए नाया रामदास सर। ये गल होर गुरु ग्रंथ साहिब विच हरमंदर दे 3 अर्थ ने। एक तां अर्थ है हरमंदर एहो संसार है आ जगत हरमंदर है। दूजा गुरुदेव जी शब्द वर्तने हरमंदर एहो शरीर है ज्ञान रतन प्रगट होए। ते तीसरा शब्द सतगुरां ने वरत्या हर जपे हरमंदर साजिया संत भगत गुण गावे राम। ये हरमंदर साहिब जिहड़ा है ये दरबार साहिब वास्ते शब्द है। फिर बेनती सुनियो, मैनू पता टीकाकारियां साडियां ने कईयां ने हर जपे हरमंदर साजिया दर्थ शरीर कीते। श्रीमान भाई कान सिंह नाभा उन्होंने हर जपे हरमंदर साजिया का अर्थ किया है कि गुरु जी ने परमात्मा ने खरी का नाम जपण वास्ते इस हरमंदर साहिब की सिरजना की है। मैं क्यों थोड़ा जिक्र किया, आप जी के जेन चाहना भी गल तो गुरु तेग बहादुर साहिब की करनी, असी दिन मना रहे हैं। मैं इस करके दा जिक्र किया कि ये वो धरती है जिथे गुरु तेग बहादुर का आगमन होया। आप विचों मेरा ख्याल काफ़ी सारे संगत विच ऐसे सज्जन होणगे जिन्हां ने अजे तीकरा गुरु के महल जाके गुरुद्वारे मत्था भी नहीं टेकिया होना। हरमंदर साहिब जाते आ, श्री अकाल तख्त साहिब ते जाते आ, पर प्यारिओ 52 साल के करीब अद्धी सदी तो वध समा गुरु जोत ने उन्होंने अपने घर के रूप च वसेबा बनाया है। गुरु रामदास उत्थे रहे, गुरु अर्जुन देव उत्थे रहे, कोई समा महाराज वडाली गए ते सतगुरु गुरु हरगोबिंद साहिब उत्थे रहे ते गुरु के महल सतगुरु गुरु तेग बहादुर जी का आगमन होया है। जे नहीं गए इस बारे जरूर जाओ। धन गुरु तेग बहादुर साहिब जी की वो जन्म भूमि उस गुरुद्वारे विच हजूर सच्चे पातशाह उस वेड़े विच उन्हां दा जन्म होया, उत्थे खेडे। गुरु तेग बहादुर साहिब महाराज उन्हां दा बचपन अमृतसर की धरती ते बतीत होया। मैं बिल्कुल सरल जिहा चलांगा क्योंकि जिहड़ा दिन तुसीं मना रहे उंज इन्हां बारे जो साडा इतिहास कहंदा है कि बहुत घट बोलते सन। गुरु तेग बहादुर जी हमेशा बैराग विच रहिंदे सन, पर जदों बाबा अटल राय जी दी चलाना होया उस तो बाद गुरु तेग बहादुर महाराज होर भी बिरवा दे विच चले गए। अमृतसर परवरिश हुई ते आप जी दे नज़दीक रामदास मेरे मन च जदों मैं लंघ के इधरों आ रहा सा, मन ने कहा इत्थे वो महान शख्सियत धन धन बाबा बुढ़ा साहिब जी जिन्होंने गुरु रामदास जी ने कहा सी तेरे तो अगे सिक्खी समाप्त ते तेरे तो वध सिक्खी कोई नहीं कमा सकता। तुसी सिक्खी दी सीमा हो, सिक्खी अवधना इसते पर है। आप जी दे नज़दीक है गुरु हरगोबिंद साहिब उन्ने दिन रमदास रहे जिन्ने दिन बाबा जी का भोग नहीं पिया। भाई गुरदास साहिब ने पाठ किया इत्थे धन गुरु हरगोबिंद साहिब महाराज, ते मेरे मन च आया लंघदियां भी किड्डी महान शख्सियत है बाबा बुढ़ा साहिब। एक दिन मैं विचों निकलिया ते मैं लफ्ज़ धन धन बाबा बुढ़ा साहिब कहे ते ये गल मैं स्पष्ट कर देंगा क्यों लफ्ज़ मैं कहा है। ये कहना भी चाहिए। मेरे गुरु ग्रंथ साहिब कहंदे आ तू कुछ नहीं करन जोगा, जप तप भगती सेवा कुछ भी नहीं। घट्टो घट गुरु दे कमाई वाले सिखां नूं धन कह दे, बाबा जी कह दे कमाई वालियां नूं, तेरा इहदे नाल भी लेखा मुक जाएगा। बाणी च एक बचन आउंदा है तुद सलाहन तिन धन पल्लै नानक का धन तोई सोई जे को जियो कहे ओना को जम की तलब न होई। जियो कहे मैं बेनती करांगा गुरु तेग बहादुर साहिब महाराज जी का आगमन होया, धन धन बाबा बुढ़ा साहिब जी ने उन्हां दे भी दीदार पाए। कुछ विद्वान तां कहंदे आ कि बाबा बुढ़ा साहिब ने गुरु तेग बहादुर साहिब महाराज जी नूं तालीम दित्ती है क्योंकि हजूर का आगमन 1621 का ते बाबा बुढ़ा साहिब 1631 नूं जांदे आ। 113 साल उन्हां सेवा की, 105 साल ते 2.5 दिन जिन्ना को मैं पढ़िया क्योंकि कई गल्लां
ਸਥਾਨਕ ਸੰਗਤਾਂ ਕੋਲ ਜ਼ਿਆਦਾ ਹੁੰਦੀਆਂ ਨੇ, ਜਿਹੜੀਆਂ ਗ੍ਰੰਥਾਂ ਵਿੱਚ ਨਹੀਂ ਮਿਲਦੀਆਂ। ਤਕਰੀਬਨ 125 ਸਾਲਾਂ ਵਿੱਚੋਂ ਉਸ ਮਹਾਂਪੁਰਖ ਨੇ 113 ਸਾਲ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ ਹੈ। ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੇ ਵੀ ਦੀਦਾਰ ਪਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਪਿਤਾ ਗੁਰਦੇਵ ਨੇ ਲਾ ਕਰਤਾਰਪੁਰ ਚਲੇ ਗਏ। ਕਰਤਾਰਪੁਰ ਸਤਿਗੁਰਾਂ ਦਾ ਆਨੰਦ ਕਾਰਜ ਵਿਵਾਹ ਹੋਇਆ। ਸਨਮਾਨਯੋਗ ਮਾਤਾ ਗੁਜਰੀ ਜੀ ਦੇ ਨਾਲ। ਮਾਤਾ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਲਾਲ ਚੰਦ ਜੀ। ਇਹਨਾਂ ਦਾ ਅਸਲੀ ਜਿਹੜਾ ਪਿਛਲਾ ਪਿੰਡ ਹੈ ਉਹ ਹਰਿਆਣੇ ਵਿੱਚ ਹੈ, ਅੱਜ ਕੱਲ੍ਹ ਹਰਿਆਣਾ। ਉਸ ਪਿੰਡ ਦਾ ਨਾਮ ਹੈ ਲਖਨੌਰ। ਸਨਮਾਨਯੋਗ ਮਾਤਾ ਗੁਜਰੀ ਜੀ ਦੇ 2 ਭਰਾ ਸਨ। ਇੱਕ ਦੇ ਤੇ ਨਾਮ ਨੂੰ ਆਪਾਂ ਸਾਰੇ ਜਾਣਦੇ ਹੋ, ਮਾਮਾ ਕਿਰਪਾਲ ਚੰਦ ਜੀ, ਦੂਜੇ ਸਨ ਭਾਈ ਮੇਹਰ ਚੰਦ ਜੀ। 2 ਭਰਾਤਾ ਸਨ ਹਜ਼ੂਰ ਦੇ, ਇਹ ਮਾਤਾ ਜੀ ਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 2 ਮਾਮਾ ਜੀ ਸਨ। ਇੱਥੋਂ ਸਤਿਗੁਰੂ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ, ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੀ ਰਹੇ ਆ। ਇਹਨਾਂ ਬਾਰੇ ਉੱਥੇ ਕਿਹਾ ਜਾਂਦਾ ਹੈ ਕਿ ਬਿਲਕੁਲ ਘੱਟ ਬੋਲਣਾ। ਉਂਝ ਮੈਂ ਕਈ ਵਾਰੀ ਸੋਚਣਾ, ਮੈਂ ਅੱਗੇ ਤੁਹਾਨੂੰ ਬੇਨਤੀ ਕਰਨੀ ਕੁਝ ਸ਼ਬਦਾਂ ਬਾਰੇ, ਕਿਉਂਕਿ ਦਿਨ ਤੁਸੀਂ ਇਹ ਮਨਾ ਰਹੇ ਹੋ, ਤੇ ਮੇਰੀ ਇੱਛਾ ਹੈ ਜਿਸ ਦਾ ਦਿਨ ਮਨਾਇਆ ਜਾ ਰਿਹਾ ਮੈਂ ਗੱਲ ਉਹਨਾਂ ਸਤਿਗੁਰਾਂ ਦੀ ਕਰਕੇ ਜਾ। 59 ਸ਼ਬਦ ਨੇ ਤੇ 57 ਸ਼ਲੋਕ ਨੇ। ਜਦੋਂ ਜਦੋਂ ਸਤਿਗੁਰੂ ਦੇ ਸ਼ਬਦ ਤੇ ਸ਼ਲੋਕ ਇਕਾਂਤ ਵਿੱਚ ਗਹਿਰਾਈ ਨਾਲ ਪੜ੍ਹਨੇ ਆ, ਤੇ ਕਈ ਵਾਰੀ ਮਨ ਚ ਆਉਂਦਾ ਮਹਾਰਾਜ ਕਦੀ ਖਿੜਖੜਾ ਕੇ ਪਤਾ ਨਹੀਂ ਖੱਸੇ ਵੀ ਹੋਣਗੇ ਕਿ ਨਹੀਂ। ਇੰਨੀ ਗੰਭੀਰਤਾ, ਇੰਨੀ ਡੂੰਘਾਈ, ਇੰਨੀ ਮਨ ਨੂੰ ਸਾਧਨ ਤੇ ਜ਼ੋਰ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਆਪਣੇ ਪੋਤੇ ਨੂੰ ਦੇ ਦਿੱਤੀ। ਆਪ ਸਾਰੇ ਜਾਣਦੇ ਹੋ ਗੁਰੂ ਹਰ ਰਾਏ ਸਾਹਿਬ ਨੂੰ। ਗੁਰੂ ਹਰ ਰਾਏ ਸਾਹਿਬ ਬਾਬੇ ਗੁਰਦਿੱਤੇ ਦੇ ਬੇਟੇ ਨੇ, ਇਹ ਸਭ ਨੂੰ ਪਤਾ ਜੀ। ਫਿਰ ਵੀ ਮੈਂ ਥੋੜਾ ਜਿਹਾ ਸੰਖੇਪ ਜਿਹਾ, ਨਹੀਂ ਕਿ ਮੈਂ ਬਹੁਤ ਕੁਝ ਜਾਣਨਾ, ਕਾਫੀ ਜ਼ਿਆਦਾ ਸੱਜਣਾ ਨੂੰ ਤਰਤੀਬ ਅਨੁਸਾਰ ਨਾਮ ਹੀ ਨਹੀਂ ਪਤਾ। ਗੁਰੂ ਹਰਗੋਬਿੰਦ ਸਾਹਿਬ ਦੇ 5 ਬੇਟੇ ਤੇ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ। 1 ਬੇਟੀ ਹੈ ਬੀਬੀ ਵੀਰੋ। ਬੀਬੀ ਵੀਰੋ ਦਾ ਵਿਆਹ ਭਾਈ ਸਾਧੂ ਨਾਲ ਹੋਇਆ। ਇਹਦੇ ਘਰ 5 ਪੁੱਤਰ ਹੋਏ। ਇਹ ਪੰਜੇ ਦੇ ਪੰਜੇ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਸ਼ਹੀਦ ਹੋਏ ਨੇ। ਬੀਬੀ ਵੀਰੋ ਜੀ ਦੇ 2 ਪੁੱਤਰ ਤਾਂ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ। ਜਦੋਂ ਸਤਿਗੁਰਾਂ ਨੇ ਗੱਦੀ ਦਿੱਤੀ, ਬਾਬਾ ਗੁਰਦਿੱਤਾ ਜੀ ਦੇ 2 ਬੇਟੇ ਨੇ, ਬਾਬਾ ਧੀਰਮਲ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ। ਗੱਦੀ ਛੋਟੇ ਪੋਤੇ ਨੂੰ ਦਿੱਤੀ ਸਤਿਗੁਰਾਂ ਨੇ, ਕਿਉਂਕਿ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੀ ਆਕੀ ਹੋ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉਹਦੇ ਕੋਲ ਸੀ। ਉਸ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਦੇ 2 ਬੇਟੇ ਨੇ, ਵੱਡੇ ਬਾਬਾ ਰਾਮ ਰਾਏ ਜੀ ਨੇ, ਛੋਟੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ। 7ਵੇਂ ਗੁਰਦੇਵ ਨੇ ਇਹ ਗੱਦੀ ਜਿਹੜੀ ਹੈ ਆਪਣੇ ਛੋਟੇ ਪੁੱਤਰ ਨੂੰ ਦਿੱਤੀ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ 5 ਸਾਲ ਦੀ ਸੀ ਜਦੋਂ ਗੁਰਤਾ ਗੱਦੀ ਤੇ ਅਸੀਨ ਹੋਏ। 8 ਸਾਲ ਦੀ ਉਮਰ ਵਿੱਚ ਸਤਿਗੁਰਾਂ ਨੇ ਚੋਲਾ ਬਦਲ ਲਿਆ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਹ ਕੀਰਤਪੁਰ ਸਾਹਿਬ ਵੀ ਰੁਕੇ। ਜਿਸ ਵਕਤ ਗੁਰੂ ਹਰ ਰਾਏ ਸਾਹਿਬ ਨੂੰ ਗੁਰਗੱਦੀ ਦਿੱਤੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਦਾ ਨਾਮ ਮਾਤਾ ਨਾਨਕੀ ਹੈ। ਉਹਨਾਂ ਨੇ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਨੂੰ, ਸੱਚੇ ਪਾਤਸ਼ਾਹ, ਕਿ ਮੇਰਾ ਬੇਟਾ ਕਿਸੇ ਨਾਲ ਬੋਲਦਾ ਵੀ ਨਹੀਂ, ਤੇ ਆਪ ਨੇ ਗੱਦੀ ਪੋਤੇ ਨੂੰ ਦਿੱਤੀ। ਮਹਾਰਾਜ ਨੇ 3 ਬਖਸ਼ਾਂ ਦਿੱਤੀਆਂ, 1 ਰੁਮਾਲ ਦਿੱਤਾ, ਆਪਣੇ ਸ਼ਸਤਰ ਦਿੱਤੇ, ਤੇ ਤੀਸਰੀ ਪੋਥੀ ਸਾਹਿਬ ਦਿੱਤੀ। ਨਾਲ ਸ਼ਬਦ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਕੀਰਤਪੁਰ ਸਾਹਿਬ ਨਹੀਂ ਰੁਕਣਾ, ਤੁਸੀਂ ਬਕਾਲੇ ਚਲੇ ਜਾਓ। ਬਾਬਾ ਲਫ਼ਜ਼ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕਹਿਣ ਤੇ ਪਿਆ ਹੈ। ਪਹਿਲਾਂ ਆਪ ਸਭ ਨੂੰ ਪਤਾ ਨਾਮ ਬਕਾਲਾ ਹੀ ਹੈ, ਤੁਸੀਂ ਉੱਥੇ ਚਲੇ ਜਾਓ। ਗੁਰੂ ਤੇਗ ਬਹਾਦਰ ਸਾਹਿਬ ਬਕਾਲਾ ਸਾਹਿਬ ਦੀ ਧਰਤੀ ਤੇ ਆ ਗਏ। ਇੱਥੇ ਨਿਰੰਤਰ ਮੇਰੇ ਸਤਿਗੁਰਾਂ ਨੇ ਪ੍ਰਮਾਤਮਾ ਦੀ ਇਬਾਦਤ ਲਈ ਸਮਾਂ ਬਤੀਤ ਕੀਤਾ। ਇੱਥੇ ਸ਼ਾਮ ਨੂੰ ਬਾਹਰ ਨਿਕਲਦੇ ਨੇ। ਮੈਂ ਇੱਕ ਵਾਰੀ ਇਹ ਵੀ ਅਰਜ਼ ਕੀਤੀ ਸੀ ਕਿ ਗੁਰੂ ਸ਼ਾਇਦ ਇੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਆਗਮਨ ਹੋਇਆ, ਉਸ ਵਕਤ ਗੁਰੂ ਤੇਗ ਬਹਾਦਰ ਦੀ ਉਮਰ 45 ਸਾਲ ਦੀ ਸੀ। ਮਹਾਰਾਜ 45 ਸਾਲ ਦੇ ਸਨ ਜਿੱਦਣ ਪੁੱਤਰ ਘਰ ਪੈਦਾ ਹੋਇਆ, ਤੇ ਮਾਤਾ ਗੁਜਰੀ ਜੀ ਦੀ ਉਮਰ ਤਕਰੀਬਨ 41-42 ਸਾਲ ਦੀ ਸੀ ਜਿੱਦਣ ਘਰ ਪੁੱਤਰ ਪੈਦਾ ਹੋਇਆ। ਇੱਕ ਗੱਲ ਹੋਰ, ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੇ ਵਿਵਾਹ ਨੂੰ, ਆਨੰਦ ਕਾਰਜ ਨੂੰ, ਸ਼ਾਦੀ ਨੂੰ
तकरीबन 33 साल हो चुके सन जिदन पुत्र ने घर जन्म लिया। मेरे मन च कई बार आउंदा है, असी गृहस्थी हाँ, असी कहांगे जी वेखो इन्ने साल हो गए विआह नूं, घर संतान नहीं। पर मैं किते इतिहास भी तुसी सूझवान बैठे हो, ये भी नहीं पढ़िया कि किते क्या होवे घर बच्चा क्यों नहीं, संतान क्यों नहीं। मेरे गुरु गोबिंद सिंह इसका एक कारण लिखते हैं, उन्हां दी बाणी विच है, जिथे महाराज अपने बारे कहंदे आ, ए विद करत तपस्या भयो द्वैते एक रूप होए गयो। इस विच सतगुरु फिर माता पिता का जिक्र करते, खास करके उन्हां दियां ए तुकां, तात मात मुर अलख आराधा। कले पिता जी नहीं, मां का जिक्र भी करते। तात का अर्थ है पिता ते मात का अर्थ है मां। कहते मेरी मां और मेरे बापू ने, मेरे पिताजी ने उस अलख परमात्मा की रज के इबादत की। तात मात मुर अलख आराधा, बहुविध जोग साधना साधा, तिन जो करी अलाकी सेवा, ताते भय प्रसन्न गुरदेवा। हुण इन्हां तुकां नूं जे आपां टेक के अर्थ पढ़ीए, इहदा मतलब सतगुरु अपने जीवन की गल करदे आ, अपने आउण दे कारण विच कहिंदे आ कि मेरे माता पिता ने इन्नी भगती की कि मेरी मां गुजरी दी कुख ही मेरे वास्ते सी। क्योंकि इहो जी कुख की होवेगी जिहड़ी मर्द अगंबड़े नूं जन्म दे। फिर बेनती सुनो, तात मात मोर अलख आराधा, बहुविध जोग साधना साधा, तिन जो करी अलाकी सेवा, ताते भय प्रसन्न गुरदेवा। तिन प्रभ जब आई समोय दिया, तब हम जन्म कल्लू मैं लिया। महाराज गुरु गोबिंद सिंह माता पिता की भगती का जिक्र करते हैं। गुरु तेग बहादुर बकाला साहब किसी को मुलते भी घट ने, पर गुरु हरकृष्ण साहब बंगला साहब अस्थान जिथे महाराज जी टिके ने, बाला साहब जिथे हजूर का संस्कार किया गया गुरु हरकृष्ण साहब का। ते मैं कई बार सोचना कि कीरतपुर साहब तो लैके बंगला साहब तक पता नहीं लोगों को भरोसा नहीं आता। गुरु हरकृष्ण साहब नूं हर वेले लोग परीक्षा लेंदे रहे। याद रखियो, जदों कीरतपुर साहब ने गद्दी ते बैठे ते सामने एक कोड़ी ब्राह्मण नूं सड़ दिता भी गुरु नानक साहब ने कोड़ी ठीक कीता सी। गुरु अमरदास ने प्रेमा जी नूं मत्थों मरारी गद्दी दिती, ओनूं ठीक कीता सी। तुसीं उस जोत दे मालो को ठीक करोगे? महाराज गुरु हरकृष्ण साहब हस पए। हजूर ने रुमाल दिता, कहन लगे ये रुमाल नाल अपना तन साफ कर, तू आए ते परखिया करने तेनू लैके बंदे, पर गुरु नानक साहब दा घर है, तेरी देह अरोगता तेनू जरूर मिलेगी। मैं फिर बेनती करा, जदों पंजोखरे आउंदे आ उत्थों लालचंद पंडित खलो जांदा कि तुसीं हरकृष्ण साहब आए हो। जदों महाराज बंगला साहब जांदे आ, दिल्ली पहुंचदे आ, जिहदे घर च जांदे आ, ओदी राणी राजे जय सिंह दी राणी परीक्षा लैण लग पैंदी। मेरे कहण तो मुराद लोकां नूं भरोसा नहीं वजदा छेती। धन गुरु हरकृष्ण साहब ने जान तो पहला कहा कि बाबा बसे ग्राम बकाले, बन गुर संगत सकल संभाले। इहदा मतलब सी साडे बाबा जी बकाले रहिंदे ने, वो गुरु बन के संगत की संभाल करनगे। मैं संखेप जी बेनती करा, भाई साहब आ गए ने, भाई बलविंदर सिंह जी होनी रंगीला साहब। मैं अपने विषय नूं थोड़ा जिहा मैं इतिहास छू लिया। अज मेरी इच्छा सी भी महाराज नूं तुसीं याद कर दिओ, पंछी चार जरूरी चाहिए। धन गुरु तेग बहादुर महाराज भाई मक्खन शाह ने बाबा बकाला साहब हजूर नूं प्रगट किया। इत्थे गोली चली, शीएम संद ने चलाई। महाराज अमृतसर आए ते दरवाजे बंद कर दिते गए हरमंदर साहिब जी दे। हालांकि मैं कई बार सोचना, हरमंदर साहिब दे बाहर किसी भी दरवाजे नूं कुंडी नहीं लगी। तुसीं जदों हरमंदर साहिब जाओगे, चारां दरवाजियां नूं ध्यान नाल देखियो, बाहरों कुंडी नहीं लगी। पर उस वक्त मसंदा ने ये बूहे बंद करा दिते। गुरु तेग बहादुर ने मालवे का रटन किया। गुरु तेग बहादुर ने माखोवाल चक नानकी वसाया, जिसनों श्री आनंदपुर साहिब आपां कहने। गुरु तेग बहादुर ने पूर्व का रटन किया। पटना साहिब अपने परिवार नूं रोकिया। असाम की धरती ते गए। गुरमुखो, जिस दिन गुरु तेग बहादुर के घर बेटे का जन्म होया, उस दिन भी गुरु तेग बहादुर पटना साहिब नहीं सन। महाराज असाम की धरती ते सन। हाँ, उन्हों का हुक्मनामा पिया पटना साहिब। बेटे का जन्म हुंदा है। श्रीमान भाई वीर सिंह लिखते ने,
ਸਾਰੀ ਰਾਤ ਗੁਰੂ ਤੇਗ ਬਹਾਦਰ ਉਸ ਦਿਨ ਚੌਂਕੜੇ ਵਿੱਚ ਸਨ। ਅੰਮ੍ਰਿਤ ਵੇਲੇ ਮੁਸਕਰਾਏ ਤੇ ਨਜ਼ਦੀਕੀ ਸੇਵਾਦਾਰਾਂ ਨੇ ਪੁੱਛਿਆ, ਮਹਾਰਾਜ ਅੱਜ ਸਾਰੀ ਰਾਤ ਵਿਸ਼ਰਾਮ ਵੀ ਨਹੀਂ ਕੀਤਾ, ਆਪ ਇੰਨੇ ਮੁਸਕਰਾਏ ਕਿਉਂ? ਕਹਿਣ ਲੱਗੇ, ਅੱਜ ਗੁਰੂ ਨਾਨਕ ਦੀ ਜੋਤ ਦਾ 10ਵਾਂ ਜਾਮਾ ਇਸ ਧਰਤੀ ਤੇ ਆ ਚੁੱਕਾ ਹੈ, ਦੁਸ਼ਟਾਂ ਦੀ ਜੜ ਪੱਟਣ ਵਾਲਾ ਆ ਚੁੱਕਾ ਹੈ। ਫਿਰ ਹੁਕਮਨਾਮਾ ਲਿਖਿਆ, ਗੋਬਿੰਦ ਦਾਸ ਕੇ ਜਨਮ ਕੀ ਬਧਾਈ ਹੋ। ਇਹ ਹੁਕਮਨਾਮੇ ਪਟਨਾ ਸਾਹਿਬ ਪਏ ਆ। ਗੁਰੂ ਤੇਗ ਬਹਾਦਰ ਸਾਹਿਬ ਜਿੱਦਣ ਪੁੱਤਰ ਨੂੰ ਮਿਲਦੇ ਆ, ਥੋੜੀ ਜੀ ਬੇਨਤੀ ਮੇਰੀ ਸੁਣਿਓ ਫਿਰ, ਕਿਉਂਕਿ ਗੱਲ ਬੜੀ ਛੇਤੀ ਮੁੱਕ ਸਕਦੀ ਕਿ ਮਹਾਰਾਜ ਅਸਾਮ ਗਏ ਫਿਰ ਵਾਪਸ ਆਏ। ਮੈਂ ਜਿਹੜੇ ਨੁਕਤੇ ਰੱਖੇ ਵੀ, ਉਹਨਾਂ ਵਰਗਾ ਨਰਮੋਹ ਕੋਈ ਨਹੀਂ, ਪਰ ਉਹਨਾਂ ਵਰਗਾ ਪ੍ਰੇਮ ਦਾ ਸਾਗਰ ਕੋਈ ਨਹੀਂ। ਮੋਹ ਕੋਈ ਨਹੀਂ, ਪਰ ਪ੍ਰੇਮ ਨਾਲ ਭਰੇ ਹੋਏ ਨੇ।